फौजी फौज अकाली दोने आवी मावा तो तेरी जगते शान नराली दोने आवी मावा तो तेरी जगते शान नराली जंज चढ़दा लाड़ा जो सिर ते फबदे खूब दमाले पुत तेरे सब कोरे निहंग सिंह चकर दमालियां वाले पुत तेरे सब कोरे निहंग सिंह गोल दमालियां वाले मां तैनू काब ए सिखी ओ वेखो दशमेश दे दूल्हे देश तो जिंद घुमागे दो ओ वेखो दशमेश दे दूल्हे देश तो जिंद घुमागे दो ओ वेखो दशमेश दे दूल्हे देश तो जिंद घुमागे दो बैंकां जगदीश दे हवाल तक के होगी दाई दौलतां निहाल तक के होगी दाई दौलतां निहाल तक के होगी दाई दौलतां निहाल तक के लग गया मोर्चा गुरु के बाग दा लग गया मोर्चा गुरु के बाग दा काब ए सिखी। ਤੇ ਹੁਣ ਅਸੀਂ ਮੁਕਾਬਲੇ ਨੂੰ ਅੱਗੇ ਵਧਾਉਂਦੇ ਹਾਂ ਤੇ ਸਾਡੀ ਅਗਲੀ ਟੀਮ ਪਹੁੰਚ ਰਹੀ ਹੈ ਜੀ ਦਸ਼ਮੇਸ਼ ਪਬਲਿਕ ਸਕੂਲ ਗੁਰਪਲਾਸ ਸਾਹਿਬ ਊਨਾ ਤੋਂ। ਉਸ ਕੌਮ ਦੇ ਬੁਰਜ ਅਟਲ ਰਹਿਣੇ ਮਾਲਕ ਅਟਾਰੀਆਂ ਵੱਡੀਆਂ ਦੀ ਫੁੱਲਾਂ ਜੇ ਮਲੂਖੜੇ ਬਾਲ ਜਿਸ ਦੇ ਨੀਹਾਂ ਵਿੱਚ ਪਾਉਂਦੇ ਰੋੜੀ ਹੱਡੀਆਂ ਦੀ ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆ ਨੂੰ ਜਸ ਉਸ ਦੇ ਗਾਉਣੇ ਪੈਂਦੇ ਨੇ ਦਸ਼ਮੇਸ਼ ਪਬਲਿਕ ਸਕੂਲ ਗੁਰਪਲਾ ਸਾਹਿਬ ਊਨਾ ਹਿਮਾਚਲ ਪ੍ਰਦੇਸ਼ ਦੀਆਂ ਵਿਦਿਆਰਥਣਾਂ ਵੱਲੋਂ ਦੋ ਜਹਾਨਾਂ ਦੇ ਵਾਲੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਾਂ ਵਾਲਿਓ ਸ਼੍ਰੀ ਦਸ਼ਮੇਸ਼ ਜੀ ਨੇ ਕਿੱਦਾਂ ਜੰਜ ਚੜਾਈ ਏ ਪੁੱਤਰਾਂ ਦੀ ਦੋ ਨਾਲ ਦਾਦੀ ਦੇ ਦੋ ਨਾਲ ਆਪਣੇ ਵੰਡ ਇਸ ਤਰ੍ਹਾਂ ਪਾਈਏ ਪੁੱਤਰਾਂ ਦੀ ਦੋ ਚਮਕੌਰ ਤੇ ਦੋ ਸਰਹੰਦ ਦੇ ਅੰਦਰ ਜੰਜ ਇੱਦਾਂ ਟੁਕਾਈਏ ਪੁੱਤਰਾਂ ਦੀ ਨਿਰਸ਼ਲ ਮੌਤ ਦੇ ਨਾਲ ਵਿਆਹੇ ਗਏ ਨੇ ਨਿਰਸ਼ਲ
ਚੁੱਕਾਂ ਦੀ ਖੇਮਾ ਬਖਸ਼ਣਾ ਜੀ। ਪ੍ਰਵਾਨ ਕਰੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ਼ਮੇਸ਼ ਦੇ ਦੁੱਲੇ ਛੋਟੇ ਸਾਹਿਬਜ਼ਾਦਿਆਂ ਦੀ ਗਾਥਾ ਸੁਣਾ ਰਹੇ ਸੀ ਤੇ ਉਸ ਪਾਵਨ ਮੁਕੱਦਸ ਧਰਤੀ ਤੇ ਅੱਜ ਅਸੀਂ ਬੈਠੇ ਹਾਂ ਜਿਸ ਸਥਾਨ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਕਦੇ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਮੁਕਾਬਲੇ ਸਾਡੇ ਲਗਾਤਾਰ ਅੱਗੇ ਵਧ ਰਹੇ ਨੇ। ਇਹ ਸੀ ਦਸ਼ਮੇਸ਼ ਪਬਲਿਕ ਸਕੂਲ ਗੁਰਪਲਾਸ ਸਾਹਿਬ, ਉਹਨਾਂ ਦੀ ਟੀਮ ਤੇ ਜੱਜ ਸਾਹਿਬਾਨ ਤੋਂ ਜਾਣਾਂਗੇ ਕਿ ਉਹਨਾਂ ਦੀ ਪੇਸ਼ਕਾਰੀ ਕਿਸ ਤਰ੍ਹਾਂ ਦੀ ਰਹੀ ਹੈ। ਹਾਂਜੀ ਬੱਚੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਕੇ ਉਸ ਇਤਿਹਾਸ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ ਤੇ ਬਾਖੂਬੀ ਕੀਤਾ। ਬਹੁਤ ਤੁਹਾਡੀ ਆਵਾਜ਼ ਦੇ ਵਿੱਚ ਬੇਟਾ ਦਮ ਹੈ ਤੇ ਜੋ ਆਗੂ ਸੀ ਤੁਹਾਡੀ ਆਵਾਜ਼ ਬਹੁਤ ਕਮਾਲ ਦੀ ਹੈ ਹਨਾ। ਤੇ ਜੋ ਪਾਛੂ ਸੀ ਤੁਹਾਡੀ ਆਵਾਜ਼ ਵੀ ਬੇਟਾ ਕੋਈ ਘੱਟ ਨਹੀਂ ਹੈ, ਪਰ ਤੁਸੀਂ ਥੋੜਾ ਜਿਹਾ ਸੁਰ ਘਟਾ ਦਿੰਦੇ ਆ ਤੇ ਹੱਲਾਸ਼ੇਰੀ ਦੇਣੀ ਬਣਦੀ ਹੈ ਫਿਰ ਆਗੂ ਦੀ ਕਿ ਉਹ ਤੁਹਾਡੇ ਸੁਰ ਗਿਰੇ ਹੋਏ ਨੂੰ ਚੱਕ ਕੇ ਫਿਰ ਉੱਥੇ ਲੈ ਆਉਂਦੇ ਸੀ ਹੈਨਾ, ਕਿਉਂਕਿ ਨਹੀਂ ਅਸਰ ਪੈ ਜਾਂਦਾ ਉਹਨਾਂ ਨਾਲ ਜਾਂਦਾ, ਉਸੇ ਸੁਰ ਤੇ ਬੰਦਾ ਜਾਣ ਲੱਗ ਜਾਂਦਾ, ਉਹਨਾਂ ਦਾ ਅਸਰ ਪੈ ਜਾਂਦਾ ਹੁੰਦਾ, ਪਰ ਤੁਸੀਂ ਅਸਰ ਨਹੀਂ ਕਬੂਲ। ਪਲੱਸ ਪੁਆਇੰਟ ਸੀ, ਇਹ ਬਹੁਤ ਚੰਗੀ ਗੱਲ ਹੈ। ਇਹ ਤੁਸੀਂ ਗੱਲ ਕੀਤੀ ਚਮਕਾ ਆਪਣਾ ਵਾਹਿਗੁਰੂ ਸਰਹੰਦ ਦੇ ਸਾਕੇ ਦੀ 13 ਪੋਹ ਜਦੋਂ ਮਾਤਾ ਜੀ ਨੇ ਠੰਡੇ ਬੁਰਜ ਦੇ ਵਿੱਚੋਂ ਬੱਚਿਆਂ ਨੂੰ ਤਿਆਰ ਕਰਕੇ ਭੇਜਿਆ, ਜਿਵੇਂ ਯੋਗੀ ਅੱਲਾ ਯਾਰ ਕਹਿੰਦੇ ਨੇ ਕਿ ਜਾਣੇ ਸੇ ਪਹਿਲੇ ਤੁਮੇ दूल्हा तो बना लूँ, केसों को कंघी करूँ, जरा मुँह तो धला लूँ, प्यारे से दस्तार पे नन्ही सी कलगी तो सजा लूँ। ਕਲਗੀਆਂ ਸਜਾ ਕੇ ਮਾਤਾ ਜੀ ਨੇ ਭੇਜਿਆ ਸੀ ਸਾਹਿਬਜ਼ਾਦਿਆਂ ਨੂੰ ਕਿ ਤੁਸੀਂ ਅੱਜ ਮੌਤ ਵਿਆਹੁਣ ਦੇ ਲਈ ਚੱਲੇ ਆ। ਇਹ ਨਹੀਂ ਕਿ ਤੁਸੀਂ ਸ਼ਹਾਦਤ ਪਾਉਣ ਦੇ ਲਈ ਚੱਲੇ ਆ, ਉਹ ਕਹਿੰਦੇ ਤੁਸੀਂ ਮੌਤ ਨੂੰ ਵਿਆਹੁਣ ਦੇ ਲਈ ਚੱਲੇ ਆ, ਤੁਹਾਡਾ ਅੱਜ ਵਿਆਹ ਹੈ, ਤੁਹਾਡੀ ਅੱਜ ਸ਼ਾਦੀ ਹੈ। ਉਹਨਾਂ ਨੇ ਇਸ ਭਾਵਨਾ ਦੇ ਨਾਲ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਭੇਜਿਆ। ਮਾਫ਼ ਕਰਿਓ ਮੈਂ ਬੱਚੇ ਸ਼ਬਦ ਵਰਤੇ ਆ, ਉਹ ਬਹੁਤ ਵੱਡੇ ਨੇ, ਉਹ ਬਾਬੇ ਨੇ ਤੇ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਕਿਸੇ ਕਵੀ ਨੇ ਲਿਖੀ ਹੈ ਇੱਕ ਲਾਈਨ ਬਹੁਤ, ਕਹਿੰਦੇ ਜਿਨਕਾ ਮੂੰਹ सूंघने से दूध की बू आती थी, जिनका मुंह सूंघने से दूध की बू आती थी, वही मासूम आज कौम के रहबर निकले। ਉਹ ਕੌਮ ਦੇ ਰਹਿਬਰ ਬਣ ਗਏ ਨੇ ਤੇ ਰਹਿੰਦੀ ਦੁਨੀਆ ਤੱਕ, ਜਦੋਂ ਤੱਕ ਦੁਨੀਆ ਰਹੇਗੀ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਰਹਿਣਗੇ। ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਬਹੁਤ ਪਿਆਰਾ ਗਾਇਆ ਤੇ ਸਤਿਗੁਰੂ ਜੀ ਕਿਰਪਾ ਕਰਨ ਤੇ ਤੁਹਾਨੂੰ ਹੋਰ ਅੱਛੇ ਸੁਰ ਦੀ ਤੇ ਹੋਰ ਸਮਝ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਬਹੁਤ ਬਹੁਤ ਧੰਨਵਾਦ ਜੱਜ ਸਾਹਿਬਾਨ, ਥੈਂਕ ਯੂ ਜੀ। ਉਹਨਾਂ ਦੇ ਵੱਲੋਂ ਬੱਚਿਆਂ ਨੂੰ ਜਿੱਥੇ ਸੁਰ ਅਤੇ ਤਾਲ ਦਾ ਗਿਆਨ ਵੀ ਦਿੱਤਾ ਜਾ ਰਿਹਾ ਤੇ ਨਾਲ ਨਾਲ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ। ਮੈਂ ਮੁਕਾਬਲੇ ਨੂੰ ਹੁਣ ਆਪਾਂ ਅੱਗੇ ਵਧਾਈਏ। ਹਾਂਜੀ ਬਿਲਕੁਲ, ਮੁਕਾਬਲੇ ਵੱਲ ਵਧਦੇ ਹੋਏ ਅਸੀਂ, ਮੁਕਾਬਲਾ ਸਾਡਾ ਅੰਤਿਮ ਪੜਾਅ ਤੇ ਪਹੁੰਚ ਚੁੱਕਾ ਹੈ ਤੇ ਇਹਦੇ ਵਿੱਚ 40 ਨੰਬਰ ਤੇ ਜਿਹੜੀ ਟੀਮ ਆਉਣ ਲੱਗੀ ਹੈ ਉਹ ਹੈ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਤੋਂ। दीन दर्द दुख पंजना कट कट ना दया नाथ, शरण तुम्हारी आए हो नानक के प्रभ साथ, डंडौत बंधन अणक बार सर्ब कला समरथ, डोलन ते राखो प्रभु नानक दे कर हाथ, अमरी गणत ना गणिया काई अपना बिरद पछाण, हाथ दे राखे करे अपने सदा सदा रंग मान, तीने ताप निवारण हारा दुकांता सुख रास, ताको विघ्न न को लागे जाकी प्रभ आज्ञा अरदास, राजान राज पानान पान देवान देव उपमा महान, निमाणिਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਪਤਤ ਪਾਵਨ, ਭਗਤ ਵਸ਼ਲ ਕਿਰਪਾ ਨਿਧਾਨ, ਦਇਆ ਦੇ ਖਜ਼ਾਨੇ ਕਲਯੁਗ ਦੇ ਜਹਾਜ਼, ਬਾਣੀ ਦੇ ਬੋਇਤ ਆਓ ਸਰਬੱਤ ਸੰਗਤਾਂ, ਮੇਰੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾਉਂਦੇ ਹੋਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬੜੇ ਵੱਡੇ ਭਾਗਾਂ ਵਾਲੇ ਹੋ, ਦਾਸ ਦੇ ਵੀ ਵੱਡੇ ਭਾਗ, ਜਿਨ੍ਹਾਂ ਨੂੰ ਆਪ ਸਰਬੱਤ ਸੰਗਤਾਂ ਦੇ ਰੂਬਰੂ ਹੋਣ ਦਾ ਸਮਾਂ ਪ੍ਰਾਪਤ ਹੋਇਆ। ਮੈਂ ਆਪ ਜੀ ਦੇ ਸਾਹਮਣੇ ਜਗਤ ਤਾਰਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੇ ਜੀਵਤ ਕਾਲ ਵਿੱਚੋਂ ਇੱਕ ਚਾਕੀ ਪੇਸ਼ ਕਰਾਂਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਦੇ ਵਿੱਚੋਂ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿੱਚ 1469 ਈਸਵੀ ਨੂੰ ਹੋਇਆ। ਸਭ ਤੋਂ ਪਹਿਲਾਂ ਦਾਈ ਦੌਲਤਾ ਨੇ ਦਰਸ਼ਨ ਦੀਦਾਰ ਕੀਤੇ, ਕਿਉਂਕਿ ਉਸ ਦਾ ਦਾਈ ਪੁਣੇ ਦਾ ਕਿੱਤਾ ਸੀ
ਕਿਸੇ ਵੀ ਘਰ ਦੇ ਵਿੱਚ ਜਦ ਬਾਲਕ ਨੇ ਜਨਮ ਲੈਣਾ ਹੁੰਦਾ ਤਾਂ ਦਾਈ ਦੌਲਤਾਂ ਨੂੰ ਹਰੇਕ ਘਰ ਦੇ ਵਿੱਚ ਜਾਣਾ ਪੈਂਦਾ ਸੀ। ਅੱਜ ਦਾਈ ਦੌਲਤਾ ਸ਼੍ਰੀ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਬਾਲਕ ਦੇ ਜਨਮ ਸਮੇਂ ਆਈ। ਜਦ ਦਾਈ ਦੌਲਤਾ ਦੇ ਹੱਥਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦਾ ਹੈ ਤਾਂ ਦਾਈ ਦੌਲਤਾ ਆਪਣੇ ਮਨ ਦੇ ਨਾਲ ਵਿਚਾਰਾਂ ਕਰਦੀ ਹੈ ਕਿ ਰਾਏ ਭੋਇ ਦੀ ਤਲਵੰਡੀ ਵਿੱਚ ਅਨੇਕਾਂ ਬਾਲਕਾਂ ਨੇ ਜਨਮ ਲਿਆ। ਜਨਮ ਸਮੇਂ ਹਰ ਇੱਕ ਬਾਲਕ ਰੋਂਦਾ ਹੈ, ਪਰ ਅਜੀਬ ਬਾਲਕ ਜਨਮ ਸਮੇਂ ਰੋਇਆ ਨਹੀਂ, ਹੱਸਿਆ ਹੈ। ਰੋਂਦਾ ਵੀ ਕਿਉਂ? ਰੋਂਦੇ ਹੋਇਆਂ ਨੂੰ ਹਸਾਉਣ ਦੇ ਵਾਸਤੇ, ਦੁਖੀ ਦੁਖਿਆਰਿਆਂ ਦੇ ਦੁੱਖ ਦੂਰ ਕਰਨ ਵਾਸਤੇ ਇਸ ਅਜੀਬ ਬਾਲਕ ਦਾ ਜਨਮ ਹੋਇਆ ਸੀ। ਸ਼ਾਇਰ ਲਿਖਦਾ ਹੈ, ਅੱਜ ਰਾਗ ਪਰੀਆਂ ਗਾਉਂਦੀਆਂ, ਫੁੱਲਾਂ ਦੀ ਵਰਖਾ ਲਾਉਂਦੀਆਂ, ਬੂਹਾ ਸਵਰਗੀ ਖੁੱਲਿਆ, ਪਰ ਕੇ ਕੇਸਰ ਡੁੱਲਿਆ ਸੀ। ਇਸ ਕੜੀ ਨੂੰ ਤਰਸਦੀ ਤਕਦੀਰ ਭਾਰਤ ਵਰਸ਼ ਦੀ, ਖਾਂਦੀ ਸੀ ਘੁੰਮਣ ਘੇਰੀਆਂ, ਜਦ ਆਣ ਪਾਈਆਂ ਫੇਰੀਆਂ। ਮਾਹੀ ਨਨਕਾਣੇ ਵਾਲਿਆ, ਸਤਨਾਮ ਜਪਾਣੇ ਵਾਲਿਆ, ਜਿੱਥੇ ਵੀ ਕਦਮ ਧਰ ਗਿਓ, ਮਿੱਟੀ ਨੂੰ ਸੋਨਾ ਕਰ ਗਿਓ। ਅੱਜ ਦੁੱਖ ਦਲਿੱਦਰ ਦੂਰ ਹੈ, ਹਰ ਚਿਹਰੇ ਉੱਪਰ ਨੂਰ ਹੈ, ਥਾਂ ਥਾਂ ਖਿੜੀ ਗੁਲਜ਼ਾਰ ਹੈ, ਕਿਉਂਕਿ ਅੱਜ ਮੇਰੇ ਜਗਤ ਤਾਰਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਵਤਾਰ ਹੈ। ਨਨਕਾਣਾ ਸਾਹਿਬ ਦੀ ਧਰਤ ਦੇ ਭਾਗ ਜਾਗੇ, ਜਿਸ ਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ। ਅਨੰਤ ਕਲਾਂ ਲੈ ਕੇ ਠਾਕਰ ਆਪ ਚੜਿਆ, ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ। ਭੁੱਲ ਗਏ ਜੋ ਰਾਹ ਪਰਮਾਤਮਾ ਦਾ, ਦੱਸਣ ਉਹਨਾਂ ਨੂੰ ਨਵਾਂ ਦਸਤੂਰ ਆਇਆ। ਲੱਖ ਲੱਖ ਮੁਬਾਰਕਾਂ ਨੂਰ ਵੱਲੋਂ, ਸ਼ਿਵ ਰਾਮ ਦੇ ਨੂਰ ਦਾ ਨੂਰ ਆਇਆ, ਸ਼ਿਵ ਰਾਮ ਦੇ ਨੂਰ ਦਾ ਨੂਰ ਆਇਆ। ਚਿਹਰੇ ਵੱਲ ਤੱਕ ਤੱਕ ਅਚਨਚੇਤ ਦਾਈ ਦੌਲਤਾ ਦੇ ਹੱਥ ਵੱਜ ਗਏ ਤੇ ਝੁਕਦੀ ਝੁਕਦੀ ਉਸ ਅਗੰਮੀ ਬਾਲਕ ਦੇ ਚਰਨਾਂ ਤੇ ਮੱਥਾ ਲਾ ਦਿੰਦੀ ਹੈ। ਆਓ ਤੱਕੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਹਾਨੀ ਚਿਹਰਾ, ਤੱਕ ਤੱਕ ਕੇ ਜਿਵੇਂ ਦਾਈ ਦੌਲਤਾ ਨਿਹਾਲ ਹੋ ਰਹੀ ਹੈ। ਉਸ ਵੇਲੇ ਦਾ ਸੀਨ ਕੋਰੜਾ ਛੰਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਕੂਲ ਦੇ ਵਿਦਿਆਰਥੀ ਤੁਹਾਡੇ ਸਾਹਮਣੇ ਇੰਜ ਬਿਆਨ ਕਰਦੇ ਹਨ। ਬਾਣ ਨਾਲੋਂ ਵੱਧ ਤੇਜ ਪ੍ਰਕਾਸ਼ ਸੀ, ਜਾਪ ਦੀ ਨਿਸ਼ਾਨੀ ਗਮਾਂ ਦੇ ਵਿਨਾਸ਼ ਸੀ, ਜਾਪ ਦੀ ਨਿਸ਼ਾਨੀ ਗਮਾਂ ਦੇ ਵਿਨਾਸ਼ ਸੀ। ਪੱਕੀ ਬੇਸਹਾਰਿਆਂ ਦੀ ਢਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ। ਬਾਣ ਨਾਲੋਂ ਵੱਧ ਤੇਜ ਪ੍ਰਕਾਸ਼ ਸੀ, ਜਾਪ ਦੀ ਨਿਸ਼ਾਨੀ ਗਮਾਂ ਦੇ ਵਿਨਾਸ਼ ਸੀ, ਜਾਪ ਦੀ ਨਿਸ਼ਾਨੀ ਗਮਾਂ ਦੇ ਵਿਨਾਸ਼ ਸੀ। ਪੱਕੀ ਬੇਸਹਾਰਿਆਂ ਦੀ ਢਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ। ਫੁੱਲਾਂ ਉੱਤੇ ਜਾਪ ਦੀ ਬਹਾਰ ਆ ਗਈ, ਥਲਾਂ ਵਿੱਚ ਅੰਬਰੀ ਫਹਾਰ ਆ ਗਈ, ਥਲਾਂ ਵਿੱਚ ਅੰਬਰੀ ਫਹਾਰ ਆ ਗਈ। ਖੁਸ਼ ਹੋਈ ਚਿਹਰੇ ਦਾ ਜਲਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ। ਚਾਵਾਂ ਨਾਲ ਸਾਰਾ ਜੱਗ ਟਹਿਕ ਉੱਠਿਆ, ਸਾਰਾ ਵਾਯੂ ਮੰਡਲ ਸੀ ਮਹਿਕ ਉੱਠਿਆ, ਸਾਰਾ ਵਾਯੂ ਮੰਡਲ ਸੀ ਮਹਿਕ ਉੱਠਿਆ। ਰੋਸ਼ਨੀ ਦਾ ਇਹੋ ਜਿਹਾ ਕਮਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ। ਐਸੇ ਲਾਲੀ ਉੱਤੋਂ ਮੇਰੀ ਜਿੰਦ ਵਾਰ ਨੇ, ਤਨ ਭਾਗ ਤੇਰੇ ਬੀਬੀ ਪਟਵਾਰ ਨੇ, ਤਨ ਭਾਗ ਤੇਰੇ ਬੀਬੀ ਪਟਵਾਰ ਨੇ। ਤ੍ਰਿਪਤਾ ਦੀ ਗੋਦੀ ਵਿੱਚ ਲਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ। ਮਹਿਤਾ ਜੀ ਖੁਦਾ ਦਾ ਘਰ ਨੂਰ ਆਇਆ ਏ, ਜਿਹਦੇ ਨੂਰ ਸਾਰਾ ਜੱਗ ਰੁਸ਼ਨ ਆਇਆ ਏ, ਜਿਹਦੇ ਨੂਰ ਸਾਰਾ ਜੱਗ ਰੁਸ਼ਨ ਆਇਆ ਏ। ਬੈਂਕਾਂ ਜਗਦੀਸ਼ ਦੇ ਹਵਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ, ਹੋਗੀ ਦਾਈ ਦੌਲਤਾਂ ਨਿਹਾਲ ਤੱਕ ਕੇ। ਜ਼ਿਆਦਾ ਵਿਸਤਾਰ ਦੇ ਵਿੱਚ ਜਾਣ ਦਾ ਟਾਈਮ ਨਹੀਂ, ਸੋ ਸਰਬੱਤ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਪਤਵੰਤੇ ਸੱਜਣਾ ਦਾ ਅਤੇ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਸਮਾਪਤ ਹੈ, ਸਾਨੂੰ ਆਗਿਆ ਦਿਓ ਅਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਟੀਮ ਨੇ ਕਵਿਸ਼ਰੀ ਦੇ ਰਾਹੀਂ ਆਪਣੇ ਗਾਇਨ ਦਾ ਪ੍ਰਦਰਸ਼ਨ ਕੀਤਾ। ਸੋ ਇਸ ਟੀਮ ਦੀ ਪੇਸ਼ਕਾਰੀ ਕਿਸ ਤਰ੍ਹਾਂ ਦੀ ਰਹੀ ਹੈ, ਇਸ ਲਈ ਅਸੀਂ ਇੱਕ ਵਾਰੀ ਫੇਰ ਪਹੁੰਚਦੇ ਹਾਂ ਜੀ ਜੱਜ ਸਾਹਿਬਾਨ ਕੋਲ। ਪ੍ਰੋਫੈਸਰ ਰਜਿੰਦਰ ਕੌਰ ਜੀ ਦੱਸਣਗੇ ਕਿ ਬੱਚਿਆਂ ਦੀ ਪੇਸ਼ਕਾਰੀ ਕਿਸ ਤਰ੍ਹਾਂ ਦੀ ਰਹੀ। ਮੈਂ ਪਹਿਲਾਂ ਵੀ ਸ਼ਾਇਦ ਕਿ ਬੱਚਿਆਂ ਨੂੰ ਕਿ ਤੁਸੀਂ ਹੈ ਨਾ 2 ਜਾਣੇ ਹੀ ਇਹਨੂੰ ਪ੍ਰੈਜ਼ੈਂਟ ਕਰ ਰਹੇ ਹੋ,
ਤੇ ਜੇ 3 ਜਾਣੇ ਜੱਥਾ ਹੈ, ਜੱਥੇ ਰੂਪ ਚ ਅਗਰ ਇਹ ਪ੍ਰੈਜ਼ੈਂਟ ਹੋਵੇ ਤਾਂ ਜ਼ਿਆਦਾ ਅਪੀਲ ਕਰੇਗਾ, ਹੈ ਨਾ, ਜ਼ਿਆਦਾ ਪ੍ਰਭਾਵਕਾਰੀ ਲੱਗੇਗਾ। ਤੇ ਇਸ ਚੀਜ਼ ਦਾ ਖਿਆਲ ਰੱਖੋ, ਠੀਕ ਹੈ। ਬਾਕੀ ਓਵਰਆਲ ਠੀਕ ਸੀਗਾ। ਤੇ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਥੋੜਾ ਆਪਣਾ ਮਿਹਨਤ ਕਰੋ, ਸੰਭਾਲੋ, ਠੀਕ ਹੈ। ਚਲ ਵਾਹਿਗੁਰੂ। ਸੋ ਜੱਜ ਸਾਹਿਬਾਨ ਨੇ ਕਿਹਾ ਹੋਰ ਮਿਹਨਤ ਕਰੋ, ਸੁਰ ਦਾ ਧਿਆਨ ਰੱਖੋ ਤੇ ਆਪਣੀ ਗਾਇਕੀ ਦੇ ਵਿੱਚ ਹੋਰ ਜੋਸ਼ ਲੈ ਕੇ ਆਓ। ਫਿਰ ਵੀ ਤੁਸੀਂ ਇਸ ਮੰਚ ਤੇ ਪਰਫਾਰਮ ਕੀਤਾ, ਉਹਦੇ ਲਈ ਤੁਹਾਡੀ ਤਾਰੀਫ ਕਰਨੀ ਬਣਦੀ ਹੈ ਤੇ ਬਹੁਤ ਬਹੁਤ ਮੁਬਾਰਕਬਾਦ। ਤਾਂ ਇਹ ਸੀ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਜਿਨ੍ਹਾਂ ਨੇ ਪੇਸ਼ਕਾਰੀ ਆਪਣੀ ਕੀਤੀ ਹੈ। ਤੇ ਹੁਣ ਜਿਹੜੀ ਟੀਮ ਸਾਡੇ ਦਰਮਿਆਨ ਪਹੁੰਚ ਰਹੀ ਹੈ ਜੀ, ਉਹ ਹੈ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਅਜਨਾਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਪਾਵਨ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੁਰ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਸਮੁੱਚੇ ਭਾਰਤ ਉੱਤੇ ਆਪਣਾ ਰਾਜ ਕਾਇਮ ਕਰ ਲਿਆ। ਖਾਸ ਕਰਕੇ ਪੰਜਾਬ ਦੀ ਧਰਤੀ ਤੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਸਨ, ਉਹਨਾਂ ਵਿੱਚ ਆਪਣੀ ਦਖਲਅੰਦਾਜ਼ੀ ਦੇਣੀ ਸ਼ੁਰੂ ਕਰ ਦਿੱਤੀ। ਜਿਹੜੇ ਮਹੰਤ ਗੁਰੂ ਘਰਾਂ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਸਨ, ਉਹਨਾਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ। ਇਹ ਮਹੰਤ ਗ੍ਰੰਥੀ ਨਾ ਰਹੇ, ਬਲਕਿ ਦੁਰਾਚਾਰੀ ਬਣ ਕੇ ਗੁਰੂ ਘਰ ਵਿੱਚ ਕੁਰੀਤੀਆਂ ਕਰਨ ਲੱਗ ਪਏ। ਇਸ ਦੇ ਤਹਿਤ ਹੀ ਗੁਰਦੁਆਰਾ ਗੁਰੂ ਕੇ ਬਾਗ ਦਾ ਮਹੰਤ ਸੁੰਦਰਦਾਸ ਵੀ ਆਪਣੀ ਗੁਰਮਰਿਆਦਾ ਨੂੰ ਭੁੱਲ ਕੇ ਗੁਰੂ ਘਰ ਵਿੱਚ ਕੁਰੀਤੀਆਂ ਕਰਨ ਲੱਗ ਪਿਆ। ਇਸ ਨੂੰ ਸਮਝਾਉਣ ਦੇ ਬਹੁਤ ਯਤਨ ਕੀਤੇ ਗਏ, ਪਰ ਜਦੋਂ ਇਹ ਨਾ ਸਮਝਿਆ ਤਾਂ ਗੁਰੂ ਘਰ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਜੋ ਸ਼ਾਂਤਮਈ ਮੋਰਚਾ ਲਗਾਇਆ, ਉਸ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਦੀਆਂ ਵਿਦਿਆਰਥਣਾਂ ਇੰਜ ਬਿਆਨ ਕਰਦੀਆਂ ਹਨ। सूरा सो पहचानिए जो लरे दीन के हेत, पुरजा पुरजा कट मरे कभू ना छाड़े खेत, पुरजा पुरजा कट मरे कभू ना छाड़े खेत। सुनियो सुनावा एक खूनी वारता, मनता ने नमा एक चंद चाड़ता, मनता ने नमा एक चंद चाड़ता। बेटा सबूत गोरे बुरे खाब दा, लग गया मोर्चा गुरु के बाग दा, लग गया मोर्चा गुरु के बाग दा। पंजवें गुरा ने इथे भाग लाए ने, नामे गुरा जिथे हथी बाग लाए ने,
ਛੱਡਤਾ ਸੀ ਮੋਹ ਸਿੱਖਾਂ ਪਰਿਵਾਰ ਦਾ, ਛੱਡਤਾ ਸੀ ਮੋਹ ਸਿੱਖਾਂ ਪਰਿਵਾਰ ਦਾ। ਏਕਾ ਹੋਇਆ ਫਿਰ ਰਾਵੀ ਤੇ ਚਨਾਬ ਦਾ, ਲੱਗ ਗਿਆ ਮੋਰਚਾ ਗੁਰੂ ਕੇ ਬਾਗ ਦਾ, ਲੱਗ ਗਿਆ ਮੋਰਚਾ ਗੁਰੂ ਕੇ ਬਾਗ ਦਾ। ਸ਼ਾਂਤਮਈ ਫੇਰ ਲੱਗ ਗਿਆ ਮੋਰਚਾ, ਸਸਤਾ ਤੇ ਕਿਨੂੰ ਮਹਿੰਗਾ ਪਿਆ ਮੋਰਚਾ, ਸਸਤਾ ਤੇ ਕਿਨੂੰ ਮਹਿੰਗਾ ਪਿਆ ਮੋਰਚਾ। ਛੇੜ ਖਾਤਰ ਨਾ ਬੱਲੋ ਵਾਲੀ ਰਾਗ ਦਾ, ਲੱਗ ਗਿਆ ਮੋਰਚਾ ਗੁਰੂ ਕੇ ਬਾਗ 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 ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਗੁਰੂ ਕਾ ਬਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਨਾਮਾ ਅਤੇ ਇਤਿਹਾਸ ਦਾ ਉਹ ਪੰਨਾ ਇਹ ਬੱਚੇ ਬਿਆਨ ਕਰ ਰਹੇ ਸੀ ਜਦੋਂ ਅਨੇਕਾਂ ਹੀ ਸਿੱਖਾਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ ਅੰਗਰੇਜ਼ ਹਕੂਮਤ ਦੀ, ਤੇ ਜਿਸ ਦੇ ਬਾਰੇ ਉਸ ਈਸਾਈ ਪਾਦਰੀ ਨੇ ਕਿਹਾ ਸੀ ਕਿ ਉਸ ਸਮੇਂ ਇੱਕ ਈਸਾ ਮਸੀਹ ਸੂਲੀ ਤੇ ਟੰਗਿਆ ਸੀ ਤੇ ਅੱਜ ਕਿੰਨੇ ਹੀ ਈਸਾ ਮਸੀਹ ਨੇ ਜਿਹੜੇ ਉਹ ਸੂਲੀ ਤੇ ਚਾੜੇ ਜਾ ਰਹੇ ਨੇ। ਅਥਾਹ ਤਸ਼ੱਦਦ ਸੀ ਜਿਹੜਾ ਉਹ ਸਿੱਖਾਂ ਦੇ ਉੱਪਰ ਢਾਇਆ ਗਿਆ ਸੀ, ਉਹ ਮੋਰਚਾ ਬੱਚਿਆਂ ਨੇ ਬਿਆਨਾ ਹੈ। ਤੇ ਜਸ ਸਹਿਬਾਨ ਤੋਂ ਪੁੱਛਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਪਰਫਾਰਮੈਂਸ ਹੈ ਜਿਹੜੀ ਇਹਨਾਂ ਦੀ ਲੱਗੀ ਹੈ। ਬੱਚਿਆਂ ਨੇ ਬਹੁਤ ਖੂਬਸੂਰਤ ਗਾਇਆ। ਇੱਕ ਚੀਜ਼ ਹੁੰਦੀ ਗਾਣੀ ਤੇ ਇੱਕ ਚੀਜ਼ ਹੁੰਦੀ ਨਿਭਾਣੀ। ਤੁਸੀਂ ਦੋਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲੇ ਪੁੱਤਰ, ਤੇ ਸਾਫ ਸੁਥਰਾ ਗਾਇਆ ਤੁਸੀਂ। ਥੋੜ੍ਹੀ ਜਿਹੀ ਕਮੀਆਂ ਰਹਿ ਗਈਆਂ, ਥੋੜ੍ਹੀ ਜਿਹੀਆਂ ਬਹੁਤ ਮਾਈਨਰ ਜਿਹੀਆਂ ਤੇ ਮੇਨ ਵੀ ਹੈਗੀਆਂ ਉਹ, ਠੀਕ ਹੈ ਜੀ। ਜਿਹਦੇ ਵਿੱਚ ਤੁਹਾਡਾ ਸਿੰਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਤੇ ਸਿੰਕ ਨੂੰ ਬਣਾਓ ਤੇ ਸੁਰ ਕਿਤੇ ਨਾ ਕਿਤੇ ਉੱਪਰ ਨੀਚੇ ਹੋਇਆ ਤੁਹਾਡਾ, ਠੀਕ ਹੈ ਪੁੱਤਰ। ਹੋਰ ਮਿਹਨਤ ਕਰੋ ਤੇ ਆਪਾਂ ਅੱਗੇ ਜਾਵਾਂਗੇ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਬਾਦ ਬੱਚਿਓ, ਤੁਹਾਨੂੰ ਜੱਜਿਸ ਨੇ ਕਲੂ ਦਿੱਤਾ ਹੈ ਕਿ ਤੁਸੀਂ ਅੱਗੇ ਜਾ ਰਹੇ ਹੋ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਹੁਣ ਅਗਲੇ ਦੌਰ ਦੇ ਵਿੱਚ ਤੁਸੀਂ ਆਉਣਾ ਹੈ। ਇਹ ਟੀਮ ਸੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਅਜਨਾਲਾ ਤੋਂ, ਤੇ ਅਗਲੀ ਟੀਮ ਆ ਰਹੀ ਹੈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਕਪੂਰਥਲਾ ਤੋਂ। ਤੂੰ ਤੇ ਜੱਗ ਤੇ ਓਟ ਨੀ ਉੱਟਿਆਂ ਦੀ, ਤੂੰ ਤੇ ਆਸਾ ਹੈ ਦਿਲਾਂ ਨਿਰਾਸ਼ਿਆਂ ਦੀ, ਤੇਰੇ ਚਰਨਾਂ 'ਚ ਝੁਕ ਕੇ ਹਰ ਵੇਲੇ ਟੇਕੇ ਆਤਮਾ ਦਿਲਾਂ ਉਦਾਸੀਆਂ ਦੀ, ਤੇਰੇ ਅੰਮ੍ਰਿਤ ਦੇ ਕੁੰਡ 'ਚੋਂ ਸਦਾ ਦਾਤਾ ਮਿਟਦੀ ਰਹੇ ਪਿਆਸ ਪਿਆਸਿਆਂ ਦੀ, ਤੇਰੇ ਦਰ ਤੇ ਆਣ ਕੇ ਡਿੱਗਿਆ ਹਾਂ ਮੈਂ ਆਸਾਂ ਲਾ ਕੇ ਸਾਰਿਆਂ ਪਾਸਿਆਂ ਦੀ, ਮੈਂ ਆਸਾਂ ਲਾ ਕੇ ਸਾਰਿਆਂ ਪਾਸਿਆਂ ਦੀ। ਪਿਆਰੇ ਜੱਜ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਸਾਥੀਓ, ਗੁਰਸਿੱਖੀ ਦੇ ਅਸੂਲ ਨੂੰ ਮੁੱਖ ਰੱਖ ਕੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਘਟਨਾ ਸਨ 1775 ਈਸਵੀ ਦੀ ਹੈ, ਜਦ ਜ਼ੁਲਮ ਦੇ ਸਤਾਏ ਹੋਏ ਕਸ਼ਮੀਰ ਦੇ ਪੰਡਤ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਕਿ ਸਾਡੇ ਧਰਮ ਉੱਤੇ ਬਹੁਤ ਅਤਿਆਚਾਰ ਹੋ ਰਹੇ ਹਨ। ਸਾਡੇ ਧਰਮ ਦੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਕਿਰਪਾ ਕਰਕੇ ਸਾਡੀ ਧਰਮ ਦੀ ਰੱਖਿਆ ਕੀਤੀ ਜਾਵੇ। ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਫਰਿਆਦ ਸੁਣੀ ਤਾਂ ਗੁਰੂ ਜੀ ਨੇ ਦਿੱਲੀ ਵੱਲ ਜਾਣ ਨੂੰ ਤਿਆਰ ਹੋ ਗਏ। ਜਦ ਗੁਰੂ ਜੀ ਨੇ ਦਿੱਲੀ ਵੱਲ ਨੂੰ ਚਾਲੇ ਪਾਏ ਨੇ, ਉਸ ਵੇਲੇ ਦੀ ਹਕੀਕਤ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਅਡਾਲਾ ਦੇ ਵਿਦਿਆਰਥਣਾਂ ਕਵਿਸ਼ਰੀ ਰਾਹੀਂ ਇਉਂ ਪੇਸ਼ ਕਰ ਰਹੇ ਨੇ। ਜ਼ੁਲਮ ਦੀ ਅੱਗ ਹੈ ਬੁਝਾਉਣ ਚੱਲ ਪਏ ਰਖਵਾਲੇ ਧਰਮੀ, ਹਿੰਦੂਆਂ ਤੇ ਹੁੰਦੇ ਨਿਤ ਮਾੜੇ
ਦਰਦਮੰਦਾਂ ਦੇ ਬਣ ਤੁਰੇ ਦਰਦੀ ਆਪ ਕਰਤਾਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ। ਪੰਡਤਾਂ ਦੀ ਚੱਲੇ ਨੇ ਨਿਭਾਉਣ ਲੱਜਿਆ ਸੋਹਣੀ ਜਿੰਦ ਵਾਰ ਕੇ, ਦੁਖੀਆਂ ਦਾ ਦਰਦ ਸੀਨਾ ਚ ਵਸਿਆ ਜਿਹੜੇ ਆਏ ਹਾਰ ਕੇ, ਦੁਖੀਆਂ ਦਾ ਦਰਦ ਸੀਨਾ ਚ ਵਸਿਆ ਜਿਹੜੇ ਆਏ ਹਾਰ ਕੇ। ਸੁਣ ਕੇ ਸ਼ਮੀਰੀਆਂ ਦੀ ਸਾਰੀ ਵਾਰਤਾ ਕਰ ਲਈ ਵਿਚਾਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ। ਦੁਖੀਆਂ ਦਾ ਹੋਇਆ ਨਸ ਹਾਰ ਦੁਖੜਾ ਜਿਹੜੇ ਰੋਂਦੇ ਸੀ ਖੜੇ, ਸਾਰਿਆਂ ਦਾ ਖੌਫ ਨਾ ਉਦਾਸ ਮੁਖੜਾ ਦਿਲੋਂ ਦੁਖੀ ਸੀ ਬੜੇ, ਸਾਰਿਆਂ ਦਾ ਖੌਫ ਨਾ ਉਦਾਸ ਮੁਖੜਾ ਦਿਲੋਂ ਦੁਖੀ ਸੀ ਬੜੇ। ਸਹਿਮੀਆਂ ਜਿੰਦਾਂ ਨੂੰ ਲਾ ਕੇ ਨਾਲ ਗੱਲ ਦੇ ਦਿੱਤਾ ਹੈ ਪਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ। ਜਾਨ ਦੇ ਕੇ ਡੁੱਬਦਾ ਬਚਾਉਣਾ ਹਿੰਦ ਨੂੰ ਕੁਰਬਾਨੀ ਕਰਕੇ, ਗਊ ਤੇ ਗਰੀਬ ਦੀ ਹੈ ਰਾਖੀ ਕਰਨੀ ਤਲੀ ਸੀਸ ਧਰ ਕੇ, ਗਊ ਤੇ ਗਰੀਬ ਦੀ ਹੈ ਰਾਖੀ ਕਰਨੀ ਤਲੀ ਸੀਸ ਧਰ ਕੇ। ਧੋਤੀ ਟੋਪੀ ਖੜੇ ਸੀ ਦਿਲਾਸੇ ਮੰਗਦੇ ਕਰ ਦੀ ਪੁਕਾਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ। ਕਸ਼ਮੀਰੀਆਂ ਦੀ ਚੱਲੇ ਨੇ ਨਿਭਾਉਣ ਲੱਜਿਆ ਸੋਹਣੀ ਜਿੰਦ ਵਾਰ ਕੇ, ਦੁਖੀਆਂ ਦਾ ਦਰਦ ਸੀਨਾ ਚ ਵਸਿਆ ਜਿਹੜੇ ਆਏ ਹਾਰ ਕੇ, ਦੁਖੀਆਂ ਦਾ ਦਰਦ ਸੀਨਾ ਚ ਵਸਿਆ ਜਿਹੜੇ ਆਏ ਹਾਰ ਕੇ। ਸੁਣ ਕੇ ਸ਼ਮੀਰੀਆਂ ਦੀ ਸਾਰੀ ਵਾਰਤਾ ਕਰ ਲਈ ਵਿਚਾਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ। ਪੰਜ ਸਿੱਖ ਨਾਲ ਤੁਰਿਆ ਈ ਕਾਫਲਾ ਮੌਤ ਨੂੰ ਵਿਆਵਣਾ, ਧਰਮ ਦੀ ਚੱਲੇ ਨੇ ਬਚਾਉਣ ਲੱਜਿਆ ਪਾਪ ਨੂੰ ਮੁਕਾਵਣਾ, ਧਰਮ ਦੀ ਚੱਲੇ ਨੇ ਬਚਾਉਣ ਲੱਜਿਆ ਪਾਪ ਨੂੰ ਮੁਕਾਵਣਾ। ਕੌਣ ਸਾਖੀ ਸਿੱਖ ਦੇ ਚਰਨ ਖੇਰਿਆ ਕੋਕਰੀ ਉਚਾਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਲਕ ਜੰਜੂ ਦੇ ਰਾਖੇ ਦਿੱਲੀ ਵੱਲ ਨੂੰ ਹੋ ਗਏ ਨੇ ਤਿਆਰ ਜੀ, ਇਹ ਕਵਿਸ਼ਰੀ ਸੁਣਾ ਰਹੇ ਸੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਕਪੂਰਥਲਾ ਦੇ ਵਿਦਿਆਰਥੀ। ਸੋ ਇਹਨਾਂ ਬੱਚਿਆਂ ਦੀ ਪਰਫਾਰਮੈਂਸ ਵਧੀਆ ਲੱਗੀ ਸਾਨੂੰ ਤਾਂ, ਕਿਉਂ ਰਜਿੰਦਰ ਜੀ? ਬਿਲਕੁਲ ਜੀ। ਤੇ ਆਖਰ ਦੇ ਵਿੱਚ ਫੈਸਲਾ ਹੈ ਜਿਹੜਾ ਉਹ ਜੱਜ ਸਾਹਿਬਾਨ ਉਹ ਦੇ ਜੱਜ ਹੱਥਾਂ ਸਾਹਿਬਾਨ ਨੇ ਕਰਨਾ ਹੈ। ਸੋ ਇਸ ਲਈ ਜਿਹੜੇ ਅਸਲੀ ਰਿਮਾਰਕਸ ਹੈ ਉਹ ਜੱਜ ਸਾਹਿਬਾਨ ਹੀ ਦੱਸ ਸਕਣਗੇ। ਅਸੀਂ ਪ੍ਰੋਫੈਸਰ ਰਜਿੰਦਰ ਜੀ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਖਿਆਲ ਹੈ ਇਹਨਾਂ ਬੱਚਿਆਂ ਦੀ ਪਰਫਾਰਮੈਂਸ ਬਿਲਕੁਲ ਬਾਰੇ। ਡਾਕਟਰ ਅਮਨ ਮੈਮ ਬਿਲਕੁਲ ਸਹੀ ਕਹਿ ਰਹੇ ਹੋ। ਬੱਚਿਆਂ ਦੇ ਜਿਹੜੇ ਸ਼ਬਦ ਸੀ ਇੰਨੇ ਕਲੀਅਰ ਸੀਗੇ, ਪਰਫਾਰਮੈਂਸ ਤਾਂ ਬਾਕਮਾਲ ਸੀਗੀ। ਤੇ ਜਿਹੜੀ ਇਹਨਾਂ ਦੇ ਜਿਹੜਾ ਸੀ ਲਹਿਜ਼ਾ ਸੀ, ਜਿਵੇਂ ਇਹਦੇ ਨਾਲ ਕੋਈ ਸਾਜ਼ ਨਹੀਂ ਹੁੰਦਾ, ਇਹ ਬਿਨਾਂ ਸਾਜ਼ ਤੋਂ ਗਾਉਣਾ ਬਹੁਤ ਔਖਾ ਕੰਮ ਹੈ, ਲੇਕਿਨ ਲੈਅ ਨੂੰ ਸੰਭਾਲ ਕੇ, ਸੁਰ ਨੂੰ ਸੰਭਾਲ ਕੇ ਤੁਸੀਂ ਬਹੁਤ ਸੋਹਣਾ ਸੰਭਾਲਿਆ, ਬਹੁਤ ਸੋਹਣੀ ਪੇਸ਼ਕਾਰੀ ਕੀਤੀ ਹੈ। ਬੇਟਾ ਮਿਹਨਤ ਹੋਰ ਕਰ ਲਿਓ ਤਾਂ ਕਿ ਅਗਲੇ ਪੜਾਅ ਦੇ ਵਿੱਚ ਤੁਸੀਂ ਛਾ ਜਾਓ। ਚਲ ਮੁਬਾਰਕਾਂ ਵਾਰੀ ਤੁਹਾਨੂੰ। ਫੇਰ ਇਸ ਟੀਮ ਨੂੰ ਵੀ ਮੁਬਾਰਕਾਂ ਕਿ ਅਗਲੇ ਪੜਾਅ ਦੇ ਵਿੱਚ ਉਹ ਆ ਰਹੇ ਨੇ ਤੇ ਇਸ ਤੋਂ ਵੱਧ ਕਿਤੇ ਜ਼ਿਆਦਾ ਤਿਆਰੀ ਨਾਲ ਆਉਣਾ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੁਕਾਬਲੇ ਨੂੰ ਅੱਗੇ ਵਧਾਉਂਦੇ ਆਪਾਂ ਤੇ ਅਗਲੀ ਜਿਹੜੀ ਸਾਡੇ ਕੋਲ ਟੀਮ ਪਹੁੰਚ ਰਹੀ ਹੈ ਜੀ, ਉਹ ਹੈ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਟ ਸਾਹਿਬ ਪਠਾਨਕੋਟ। ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਭੀਖ ਮੰਗਾਵੇ ਰਾਜਿਆ
ਤਖਤ ਬਹਾਂ ਦੇ ਨੰਗ। ਅਤ ਸਤਿਕਾਰਯੋਗ ਜੱਜ ਸਾਹਿਬਾਨ, ਟੀਚਰ ਸਾਹਿਬਾਨ ਅਤੇ ਪਿਆਰੇ ਵਿਦਿਆਰਥੀ ਸਾਥੀਓ, ਆਓ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਠ ਸਾਹਿਬ ਪਠਾਨਕੋਟ ਦੇ ਵਿਦਿਆਰਥੀ ਆਪ ਜੀ ਦੇ ਸਾਹਮਣੇ ਇੱਕ ਕਵਿਸ਼ਰੀ ਪੇਸ਼ ਕਰਦੇ ਹਾਂ। ਗੱਲ ਉਸ ਸਮੇਂ ਦੀ ਹੈ ਜਦ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਮਾਰਨ ਲਈ, ਉਸ ਨੂੰ ਖਤਮ ਕਰਨ ਲਈ ਉਸ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਅਤੇ ਉਹ ਮੰਜੇ ਉੱਤੇ ਪਿਆ ਬਿਮਾਰ ਪਿਆ ਤੜਫ ਰਿਹਾ ਸੀ। ਉਸ ਵਕਤ ਨੂੰ, ਉਸ ਵੇਲੇ ਨੂੰ ਬਿਆਨ ਕਰਦੀ ਹੋਈ ਇੱਕ ਕਵਿਸ਼ਰੀ ਸਾਡਾ ਕਵਿਸ਼ਰ ਜੱਥਾ ਇੰਜ ਬਿਆਨ ਕਰਦਾ ਹੈ। ਵਾਵਾ ਤੇਰੇ ਪਾਤਸ਼ਾਹ ਅਜੀਬ ਰੰਗ ਨੇ, ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ, ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ। ਵੇਖ ਵੇਖ ਦੰਗ ਸੰਸਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਵਾਵਾ ਤੇਰੇ ਪਾਤਸ਼ਾਹ ਅਜੀਬ ਰੰਗ ਨੇ, ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ, ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ। ਵੇਖ ਵੇਖ ਦੰਗ ਸੰਸਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਔਰੰਗਜ਼ੇਬ ਨੀਤੀ ਦਾ ਵਸਾਤਾ ਜਾਲ ਜੀ, ਸ਼ੇਰ ਦੀ ਜੋ ਮੁੱਛ ਦਾ ਖਵਾਤਾ ਵਾਲ ਸੀ, ਸ਼ੇਰ ਦੀ ਜੋ ਮੁੱਛ ਦਾ ਖਵਾਤਾ ਵਾਲ ਸੀ। ਜ਼ਿੰਦਗੀ ਸੀ ਜਿਉਣ ਤੋਂ ਲਾਚਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਬੜੇ ਬੜੇ ਵੈਦ ਤੇ ਹਕੀਮ ਆਏ ਸੀ, ਹਕੀਮ ਆਏ ਸੀ, ਹਕੀਮ ਆਏ ਸੀ, ਬੜੇ ਬੜੇ ਵੈਦ ਤੇ ਹਕੀਮ ਆਏ ਸੀ। ਸਾਰਿਆਂ ਨੇ ਜ਼ੋਰ ਆਪਣੇ ਲਗਾਏ ਸੀ, ਸਾਰਿਆਂ ਨੇ ਜ਼ੋਰ ਆਪਣੇ ਲਗਾਏ ਸੀ। ਸਭਨਾ ਦਾ ਦੂਰ ਹੰਕਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਲੱਕੜੀ ਦੇ ਵਾਂਗਰਾਂ ਦੇ ਹੀ ਸੁੱਕ ਗਈ, ਜ਼ਿੰਦਗੀ ਦੀ ਆਸ ਤੇ ਉਮੀਦ ਮੁੱਕ ਗਈ, ਜ਼ਿੰਦਗੀ ਦੀ ਆਸ ਤੇ ਉਮੀਦ ਮੁੱਕ ਗਈ। ਦਿਨੋਂ ਦਿਨ ਲੱਗਦਾ ਬੇਕਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਚਿਹਰੇ ਵਾਲੀ ਰੌਣਕ ਉਡਾਰੀ ਮਾਰ ਗਈ, ਲੱਗਦਾ ਸੀ ਜ਼ਿੰਦਗੀ ਦੀ ਬਾਜੀ ਹਾਰ ਗਈ, ਲੱਗਦਾ ਸੀ ਜ਼ਿੰਦਗੀ ਦੀ ਬਾਜੀ ਹਾਰ ਗਈ। ਲਾਲ ਸੀ ਜੋ ਰੰਗ ਉਹ ਬਸਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਕੋਈ ਵੀ ਬਚਾ ਲੋ ਦਾਵੇ ਨਾਲ ਕਹਿੰਦਾ ਨੀ, ਦਾਵੇ ਨਾਲ ਕਹਿੰਦਾ ਨੀ, ਦਾਵੇ ਨਾਲ ਕਹਿੰਦਾ ਨੀ, ਕੋਈ ਵੀ ਬਚਾ ਲੋ ਦਾਵੇ ਨਾਲ ਕਹਿੰਦਾ ਨੀ। ਦੁੱਖ ਵਿੱਚ ਭੋਰਾ ਵੀ ਫਰਕ ਪੈਂਦਾ ਨੀ, ਦੁੱਖ ਵਿੱਚ ਭੋਰਾ ਵੀ ਫਰਕ ਪੈਂਦਾ ਨੀ। ਬਚ ਜੂ ਉਮੀਦਾਂ ਵਿੱਚੋਂ ਬਾਹਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਸਾਰੀ ਵਾਹ ਬਾਦਸ਼ਾਹ ਲਗਾਈ ਜੱਗ ਦੀ, ਪਰ ਕੋਈ ਨੀ ਦਾਰੇ ਨੂੰ ਦਵਾਈ ਲੱਗਦੀ, ਪਰ ਕੋਈ ਨੀ ਦਾਰੇ ਨੂੰ ਦਵਾਈ ਲੱਗਦੀ। ਦੇ ਦੇ ਦਵਾਵਾਂ ਉਹ ਤਹਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਜਿਹਨੂੰ ਤੂੰ ਬਚਾਵੇਂ ਕੌਣ ਮਾਰੇ ਹੋਰ ਜੀ, ਕੌਣ ਮਾਰੇ ਹੋਰ ਜੀ, ਕੌਣ ਮਾਰੇ ਹੋਰ ਜੀ, ਜਿਹਨੂੰ ਤੂੰ ਬਚਾਵੇਂ ਕੌਣ ਮਾਰੇ ਹੋਰ ਜੀ। ਤੇਰੇ ਹੱਥ ਦਾਤਾ ਜ਼ਿੰਦਗੀ ਦੀ ਡੋਰ ਜੀ, ਤੇਰੇ ਹੱਥ ਦਾਤਾ ਜ਼ਿੰਦਗੀ ਦੀ ਡੋਰ ਜੀ। ਤਾਰਿਆ ਤੁਝੀ ਦਾ ਬੇੜਾ ਪਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਭਾਈਆਂ ਕੋਲੋਂ ਭਾਈ ਮਰਵਾਉਂਦਾ ਲੱਭ ਜੀ, ਲਾਲਚ ਨੇ ਮੋਇਆ ਸੰਸਾਰ ਸਭ ਜੀ, ਲਾਲਚ ਨੇ ਮੋਇਆ ਸੰਸਾਰ ਸਭ ਜੀ। ਗਿੱਲ ਹੁਣ ਪ੍ਰੇਮ ਵੀ ਵਪਾਰ ਹੋ ਗਿਆ, ਵਪਾਰ ਹੋ ਗਿਆ, ਵਪਾਰ ਹੋ ਗਿਆ। ਗਿੱਲ ਹੁਣ ਪ੍ਰੇਮ ਵੀ ਵਪਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ। ਭਾਈਆਂ ਕੋਲੋਂ ਭਾਈ ਮਰਵਾਉਂਦਾ ਲੱਭ ਜੀ, ਲਾਲਚ ਨੇ ਮੋਇਆ ਸੰਸਾਰ ਸਭ ਜੀ, ਲਾਲਚ ਨੇ ਮੋਇਆ ਸੰਸਾਰ ਸਭ ਜੀ। ਗਿੱਲ ਹੁਣ ਪ੍ਰੇਮ ਵੀ ਵਪਾਰ ਹੋ ਗਿਆ,
ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਭੁੱਲਾਂ ਚੁੱਕਾਂ ਦੀ ਖਿਮਾ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਇਹ ਪੇਸ਼ਕਾਰੀ ਕੀਤੀ ਗਈ ਹੈ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਟ ਸਾਹਿਬ ਪਠਾਨਕੋਟ ਦੇ ਬੱਚਿਆਂ ਦੇ ਵੱਲੋਂ ਤੇ ਕਵਿਸ਼ਰੀ ਵੈਸੇ ਪਹਿਲਾਂ ਮੈਂ ਜੇ ਤੁਹਾਡੇ ਤੋਂ ਪੁੱਛਾਂ ਤੁਹਾਨੂੰ ਆਪਣੀ ਪੇਸ਼ਕਾਰੀ ਕਿੱਦਾਂ ਦੀ ਲੱਗੀ ਹੈ ਵਧੀਆ ਲੱਗੀ ਜਿਸ ਤਰ੍ਹਾਂ ਦੀ ਤਿਆਰੀ ਕੀਤੀ ਸੀ ਉਸ ਤਰ੍ਹਾਂ ਦੀ ਪਰਫਾਰਮੈਂਸ ਹੋਈ ਹੈ ਹਾਂਜੀ ਜੱਜ ਸਾਹਿਬਾਨ ਤੋਂ ਪੁੱਛ ਲਈਏ ਇਹਨਾਂ ਦੇ ਆਗੂ ਨੂੰ ਪੁੱਛੋ ਜਿਹੜਾ ਸਭ ਤੋਂ ਛੋਟਾ ਆਗੂ ਹੈ ਬਿਲਕੁਲ ਕਿ ਬੇਟਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਅੱਜ ਇੱਥੇ ਪਰਫਾਰਮ ਕਰਕੇ ਇਸ ਸਟੇਜ ਤੇ ਹਾਂਜੀ ਵਧੀਆ ਲੱਗਾ ਵਧੀਆ ਲੱਗਿਆ ਤੇ ਡਰ ਲੱਗ ਰਿਹਾ ਸੀ ਨੋ ਮੈਮ ਬਿਲਕੁਲ ਨਹੀਂ ਤੇ ਜਿਹੜੇ ਨਾਲ ਦੇ ਸਾਥੀ ਸੀ ਕਵਿਸ਼ਰ ਉਹਨਾਂ ਨੂੰ ਨੋ ਮੈਮ ਤੇ ਜੱਜ ਸਾਹਿਬਾਨ ਵੱਲ ਚੱਲੀਏ ਹੁਣ ਪੁੱਛ ਲਈਏ ਉਹਨਾਂ ਤੋਂ ਯੈਸ ਮੈਮ ਠੀਕ ਹੈ ਹੈ ਜੀ ਤਾਂ ਜੱਜ ਸਾਹਿਬਾਨ ਤੁਹਾਨੂੰ ਇਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਲੱਗੀ ਹੈ ਕਿਉਂਕਿ ਬੱਚੇ ਤਾਂ ਕੌਨਫੀਡੈਂਸ ਦੇ ਵਿੱਚ ਨੇ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਤੁਸੀਂ ਆਪਣੇ ਵੱਲੋਂ ਤੇ ਤੁਸੀਂ ਕਿਹਾ ਕਿ ਅਸੀਂ ਤਿਆਰੀ ਕਰਕੇ ਆਏ ਜੇ ਤੁਸੀਂ ਤਿਆਰੀ ਕੀਤੀ ਹੈ ਤਾਂ ਮੈਨੂੰ ਲੱਗਦਾ ਤੁਸੀਂ ਥੋੜੀ ਜਿਹੀ ਗਲਤ ਤਿਆਰੀ ਕਰ ਲਈ ਹਾਂ ਕਿਉਂਕਿ ਜੋ ਆਗੂ ਹੈ ਆਗੂ ਦੀ ਆਵਾਜ਼ ਬਹੁਤ ਅੱਛੀ ਹੈ ਤੇ ਉਹਨੇ ਆਪਣੇ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੱਕ ਸੁਰ ਦੇ ਨਾਲ ਮਿਲਾ ਕੇ ਲੈ ਕੇ ਚੱਲੇ ਤੇ ਜੋ ਉਹਨਾਂ ਦੇ ਨਾਲ ਖੜੇ ਸੱਜੇ ਹੱਥ ਤੇ ਉਹਨਾਂ ਦੇ ਵੀ ਸੁਰ ਨਾਲ ਮੈਚ ਹੋਇਆ ਸੀ ਪਰ ਜਿਹੜਾ ਤੁਹਾਡਾ ਸੁਰ ਬਹੁਤ ਜ਼ਿਆਦਾ ਪਿੱਛੇ ਸੀ ਤੁਹਾਡਾ ਸੁਰ ਦਾ ਬਹੁਤ ਜ਼ਿਆਦਾ ਫਰਕ ਸੀ ਹੈ ਨਾ ਤੇ ਤੁਸੀਂ ਇਹਨੂੰ ਰਿਕਾਰਡਿੰਗ ਜਦੋਂ ਕੀਤੀ ਹੋਣੀ ਹੈ ਤੇ ਸੁਣੋ ਕਿਸੇ ਨੂੰ ਸੁਣਾਇਓ ਹੋਰ ਸੂਝਵਾਨ ਨੂੰ ਸੁਣਾਇਓ ਕਿ ਇਹ 'ਚ ਫਰਕ ਕੀ ਲੱਗਦਾ ਕਿਉਂਕਿ ਉਹਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਮੇਜਰ ਜਿਹੜੀ ਗਲਤੀ ਹੈ ਉਹ ਇਹੀ ਹੈ ਕਿ ਉਹ ਸੁਰ ਬਿਲਕੁਲ ਮੈਚ ਨਹੀਂ ਹੈ ਇੱਕ ਦੂਜੇ ਨਾਲ ਹੈ ਨਾ ਕਿਉਂਕਿ ਜੇ ਸੁਰ ਨਹੀਂ ਹੈ ਤਾਂ ਕੁਝ ਨਹੀਂ ਹੈ ਗਾਣਾ ਸਿਰਫ ਸੁਰ ਦਾ ਹੁੰਦਾ ਸੁਰ ਸਭ ਤੋਂ ਪਹਿਲੀ ਚੀਜ਼ ਹੈ ਗਾਣੇ ਦੇ ਵਿੱਚ ਸੁਰ ਨਹੀਂ ਹੈ ਤਾਂ ਕੁਝ ਨਹੀਂ ਹੈ ਇਹ ਚੀਜ਼ ਦਾ ਧਿਆਨ ਰੱਖੋ ਤੁਸੀਂ ਆਪਣੇ ਵੱਲੋਂ ਤਿਆਰੀ ਕੀਤੀ ਹੈ ਚਲੋ ਬਹੁਤ ਅੱਛੀ ਗੱਲ ਹੈ ਲੇਕਿਨ ਬੇਟਾ ਬਹੁਤ ਕਮੀ ਰਹਿ ਗਈ ਹੈ ਤਿਆਰੀ ਦੇ ਵਿੱਚ ਹੈ ਨਾ ਤੇ ਮਿਹਨਤ ਕਰਨੀ ਹੈ ਹੋਰ ਤਿਆਰੀ ਕਰਨੀ ਹੈ ਇਹ ਮੰਚ ਤੁਹਾਨੂੰ ਮਿਲਿਆ ਇਹ ਪਲੇਟਫਾਰਮ ਮਿਲਿਆ ਇਹਦੀ ਅਹਿਮੀਅਤ ਨੂੰ ਜਾਣੋ ਦੇਖੋ ਕਿ ਸਾਨੂੰ ਇਸ ਉਮਰ ਦੇ ਵਿੱਚ ਮੰਚ ਮਿਲਿਆ ਅਸੀਂ ਦੁਨੀਆ ਸਾਹਮਣੇ ਪਰਫਾਰਮ ਕਰਾਂਗੇ ਤੇ ਸਾਨੂੰ ਤਿਆਰੀ ਬਹੁਤ ਜ਼ਿਆਦਾ ਚਾਹੀਦੀ ਹੈ ਨਾ ਤੇ ਤੁਸੀਂ ਬਾਕੀ ਟੀਮਾਂ ਨੂੰ ਵੀ ਸੁਣਿਆ ਹੋਏਗਾ ਸ਼ਾਇਦ ਤੇ ਤੁਸੀਂ ਦੇਖਿਓ ਆਪਣੇ ਆਪ ਦੇ ਵਿੱਚ ਫਰਕ ਕੀ ਹੈ ਕਿ ਬਾਕੀ ਕੀ ਕੁਝ ਕਰ ਰਹੇ ਤੇ ਸਾਡੇ ਵਿੱਚ ਕਮੀ ਕਿੱਥੇ ਰਹਿ ਗਈ ਹੈ ਤੇ ਜੱਜ ਸਾਹਿਬ ਤੁਹਾਡੀ ਗੱਲ ਨੂੰ ਅੱਗੇ ਹੀ ਥੋੜਾ ਤੋਰਦੇ ਹਾਂ ਇਹ ਪੁੱਛਣਾ ਚਾਹਾਂਗੇ ਕਿ ਲੱਗਦਾ ਜਿਵੇਂ ਇਹ ਤਾਂ ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਵਧੀਆ ਕਲਾਕਾਰ ਹੋ ਬਹੁਤ ਸੋਹਣੀ ਗਾਇਕੀ ਤੁਹਾਡੀ ਉਮਦਾ ਗਾਇਕੀ ਹੈ ਪਰ ਤੁਸੀਂ ਵੀ ਇਸੇ ਤਰ੍ਹਾਂ ਇਹਨਾਂ ਸਟੇਜਾਂ ਤੋਂ ਹੋ ਕੇ ਲੰਘੇ ਹੋਵੋਗੇ ਤੇ ਤੁਸੀਂ ਆਪਣੇ ਤਜਰਬਿਆਂ ਤੋਂ ਕੁਝ ਇਹਨਾਂ ਬੱਚਿਆਂ ਨੂੰ ਦੱਸਣਾ ਚਾਹੋਗੇ ਹਾਂਜੀ ਬਿਲਕੁਲ ਤੇ ਮੈਂ ਰਿਮਾਈਂਡ ਕਰ ਰਿਹਾ ਸੀ ਇਸੇ ਮੰਚ ਦੇ ਉੱਤੇ ਗਾਵੋ ਸੱਚੀ ਬਾਣੀ ਜੋ ਪੀਟੀਸੀ ਦੇ ਉੱਤੇ ਟੈਲੀਕਾਸਟ ਹੋਇਆ ਉਹ ਗਾਵੋ ਸੱਚੀ ਬਾਣੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਪਰਫਾਰਮ ਕਰਨ ਦਾ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਿਨਰ ਵੀ ਹੋਏ ਫਸਟ ਰਨਰ ਅਪ ਵੀ ਹੋਏ ਤੇ ਇਨਾਮ ਵੀ ਮਿਲੇ ਨੇ ਸਤਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਉਸ ਦੇ ਦੌਰਾਨ ਜੋ ਐਕਸਪੀਰੀਅੰਸ ਹੋਇਆ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਸੀ ਕਿਉਂਕਿ ਜਦੋਂ 10-15 ਕੈਮਰੇ ਵੱਡੇ ਵੱਡੇ ਲੱਗੇ ਹੋਣ ਨਾ ਇੱਕ ਕੈਮਰਾ ਛੋਟਾ ਜਿਹਾ ਕੋਈ ਫੋਨ ਲੈ ਕੇ ਸਾਡੀ ਵੀਡੀਓ ਬਣਾਉਣ ਲੱਗ ਜੇ ਨਾ ਤਾਂ ਬੰਦਾ ਅੱਧਾ ਰਹਿ ਜਾਂਦਾ ਤੇ ਜਦੋਂ 10-15 ਵੱਡੇ ਵੱਡੇ ਕੈਮਰੇ ਲੱਗੇ ਹੋਣ ਤਾਂ ਕੀ ਹਾਲ ਹੁੰਦਾ ਸੋਚੋ ਕੀ ਹਾਲ ਹੁੰਦਾ ਹੋਣਾ ਬਿਲਕੁਲ ਤੇ ਸਟੇਜ ਤੇ ਆ ਕੇ ਨਰਵਸ ਹੋਣਾ ਇੱਕ ਆਮ ਗੱਲ ਹੈ ਨਾ ਤੇ ਇਹਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ ਇਸੇ ਗੱਲ ਤੇ ਨਹੀਂ ਛੱਡ ਦੇਣਾ ਕਿ ਇਹ ਤਾਂ ਆਮ ਗੱਲ ਹੈ ਤਾਂ ਹੋਣੀ ਹੈ ਨਹੀਂ ਇੱਕ ਵਾਰ ਹੋ ਗਿਆ 2 ਵਾਰ ਹੋ ਗਿਆ ਤੇ ਫਿਰ ਜਦੋਂ ਸਟੇਜ ਤੇ ਉਸੇ ਸਟੇਜ ਤੇ ਜਾਣਾ ਫਿਰ ਇਹ ਹੋਵੇ ਸਾਨੂੰ ਚਾਅ ਹੈ ਹੁਣ ਕਿ ਜੋ ਅਸੀਂ ਸਾਡੇ ਅੰਦਰ ਦੱਬਿਆ ਹੋਇਆ ਨਾ ਅਸੀਂ ਸਾਰਾ ਕੱਢ ਕੇ ਸੁਣਾ ਦਿੰਦੇ ਜੱਜ ਸਾਹਿਬ ਨੂੰ ਅਸੀਂ ਛੱਡਣਾ ਕੁਝ ਨਹੀਂ ਜੀ ਹੈ ਨਾ ਤੇ ਇਸ ਸਟੇਜ ਦੇ ਉੱਤੇ ਜਦੋਂ ਬੈਠੇ ਹੁੰਦੇ ਸੀ ਕਿਉਂਕਿ ਉਹ ਕੰਪੀਟੀਸ਼ਨ ਬਹੁਤ ਹਾਰਡ ਸੀ ਹਾਂਜੀ ਕਿਉਂਕਿ ਰਾਗਦਾਰੀ ਉਹਦੇ ਵਿੱਚ ਨਿਰਧਾਰਤ ਰਾਗਾਂ ਦੇ ਵਿੱਚ ਬਾਣੀ ਨੂੰ ਗਾਉਣਾ ਬਹੁਤ ਕਠਿਨ ਹੈ ਬਾਣੀ ਨੂੰ ਅਭਿਆਸ ਦੀ ਮੰਗ ਕਰਦਾ ਬਹੁਤ ਅਭਿਆਸ ਦੀ ਕਿਉਂਕਿ ਬਾਣੀ ਨੂੰ ਰੀਤ ਬਣਾ ਕੇ ਗਾ ਲੈਣਾ ਉਹ ਇੱਕ ਲਾਈਟ ਹੋ ਜਾਂਦਾ ਉਹ ਇੱਕ ਸਸਤਾ ਸੌਖਾ ਹੋ ਜਾਂਦਾ ਥੋੜਾ ਲੇਕਿਨ ਜਦੋਂ ਰਾਗ ਦੇ ਵਿੱਚ ਵੱਧ ਕੇ ਰਾਗ ਨੂੰ ਪੇਸ਼ ਕਰਨਾ ਕਿਉਂਕਿ ਰਾਗ ਬਹੁਤ ਪਵਿੱਤਰ ਚੀਜ਼ ਆ ਸਤਿਗੁਰੂ ਜੀ ਨੇ ਬਾਣੀ ਜਦੋਂ ਸਿਰਲੇਖ ਦਰਜ ਕੀਤੇ ਨੇ ਆਪਣੇ ਨਾਮ ਤੋਂ ਪਹਿਲਾਂ ਰਾਗ ਨੂੰ ਲਿਖਿਆ ਰਾਗ ਆਸਾ ਮਹਲਾ ਪਹਿਲਾ ਜਾਂ ਰਾਗ ਆਸਾ ਮਹਲਾ ਪੰਜਵਾਂ ਸਤਿਗੁਰੂ ਜੀ ਨੇ ਬਾਣੀ ਦੀ ਰਾਗ ਬਹੁਤ ਪਵਿੱਤਰ ਹੈ ਤੇ ਇਸ ਸਟੇਜ ਤੋਂ ਬਹੁਤ ਕੁਝ ਸਿੱਖਿਆ ਕੈਮਰੇ ਦੇ ਸਾਹਮਣੇ ਤੇ ਵੱਡੇ ਵੱਡੇ ਉਸਤਾਦ ਜਿਹਨਾਂ ਦੇ ਸਾਹਮਣੇ ਬੈਠ ਕੇ ਗਾਉਣਾ ਕਿਉਂਕਿ ਰਿਸਪੈਕਟਡ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਤੇ ਸਤਿਕਾਰਯੋਗ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ ਅੱਜ ਸਾਡੇ ਵਿੱਚ ਨਹੀਂ ਨੇ ਤੇ ਉਹਨਾਂ ਦੀ ਆਵਾਜ਼ ਉਹਨਾਂ ਦਾ ਅੰਦਾਜ਼ ਸਾਰੀ ਦੁਨੀਆ ਰਹਿੰਦੀ ਦੁਨੀਆ ਤੱਕ
ਕੀਰਤਨ ਪ੍ਰੇਮੀ ਸੁਣਦੇ ਰਹਿਣਗੇ। ਤੇ ਗੁਰਮੀਤ ਸਿੰਘ ਸ਼ਾਂਤ ਸਾਹਿਬ ਬਹੁਤ ਵੱਡੇ ਵਿੱਚ ਉਸਤਾਦਾਂ ਦੇ ਸਾਹਮਣੇ ਸਾਨੂੰ ਗਾਉਣ ਦਾ ਪਰਫਾਰਮ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਸਾਨੂੰ ਸਾਡੇ ਵਿੱਚ ਗਲਤੀਆਂ ਬਹੁਤ ਕੱਢੀਆਂ। ਉਹ ਗਲਤੀਆਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਨਹੀਂ ਕਿ ਹੁਣ ਤੱਕ ਰਹਿੰਦੀ ਜ਼ਿੰਦਗੀ ਜਿੰਨੀ ਵੀ ਸਾਡੇ ਸਾਹ ਨੇ ਉਹਨਾਂ ਤੱਕ ਅਸੀਂ ਉਹਨਾਂ ਤੋਂ ਸਿੱਖਦੇ ਰਹਾਂਗੇ। ਉਹ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦੀਆਂ ਨੇ ਜਿਹੜੀ ਸਾਨੂੰ ਉਹਨਾਂ ਨੇ ਗੱਲਾਂ ਦੱਸੀਆਂ ਸੀ ਜੀ ਤੇ ਕਿਉਂਕਿ ਉਸਤਾਦ ਜੋ ਹੁੰਦਾ ਉਹਨਾਂ ਨੇ ਆਪਣੀ ਜ਼ਿੰਦਗੀ ਹੰਢਾਈ ਹੁੰਦੀ ਹੈ। ਉਹਨਾਂ ਨੇ ਬਹੁਤ ਕੁਝ ਦੇਖਿਆ ਹੁੰਦਾ ਜ਼ਿੰਦਗੀ ਦੇ ਵਿੱਚ, ਬਹੁਤ ਕੁਝ ਸਿੱਖਿਆ ਹੁੰਦਾ, ਬੜੇ ਉਸਤਾਦਾਂ ਤੋਂ ਆਪਣੇ ਟੀਚਰਸ ਤੋਂ ਮਾਰ ਖਾਧੀ ਹੁੰਦੀ ਹੈ ਤੇ ਤਾਂ ਅੱਗੇ ਆਪਣਾ ਤਜਰਬਾ ਉਹ ਸ਼ੇਅਰ ਕਰਦੇ ਨੇ ਸਾਡੇ ਨਾਲ। ਤੇ ਮੈਂ ਬਹੁਤ ਕੁਝ ਸਿੱਖਿਆ ਇਸ ਮੰਚ ਦੇ ਉੱਤੋਂ ਤੇ ਮੇਰਾ ਡਰ ਵੀ ਇਸ ਮੰਚ ਦੇ ਉੱਤੇ ਆ ਕੇ ਨਿਕਲਿਆ। ਪਹਿਲਾਂ ਮੈਂ ਵੀ ਡਰਦਾ ਹੁੰਦਾ ਸੀ ਤੇ ਪਰ ਹੁਣ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹੀ ਸੀ ਕਿ ਬੱਚਿਆਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਮੰਚ ਦੀ ਅਹਿਮੀਅਤ ਕੀ ਹੈ, ਕਿ ਮੰਚ ਸਾਡਾ ਡਰ ਵੀ ਕੱਢਦਾ ਹੈ ਤੇ ਸਾਨੂੰ ਇੱਕ ਵਧੀਆ ਕਲਾਕਾਰ ਬਣਾਉਣ ਵਿੱਚ ਮਦਦ ਵੀ ਕਰਦਾ ਹੈ। ਤੇ ਉਹਦੇ ਲਈ ਮੰਚ ਤੇ ਆਉਣ ਲਈ ਸਾਨੂੰ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਤਿਆਰ ਕਰਨਾ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹ ਨਹੀਂ ਸੋਚਣਾ ਕਿ ਕੁਝ ਨਹੀਂ ਹੁੰਦਾ ਐਵੇਂ ਚਲੇ ਜਾਂਦੇ ਆ। ਇਹ ਮੰਚ ਬੜੀ ਪਵਿੱਤਰ ਚੀਜ਼ ਹੈ ਤੇ ਇੱਥੇ ਪੂਰੀ ਤਿਆਰੀ ਦੇ ਨਾਲ ਆਉਣਾ ਜ਼ਰੂਰੀ ਹੈ। ਪਰ ਜੇ ਤੁਸੀਂ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਇਸ ਮੰਚ ਤੇ ਆਏ ਇਹ ਵੀ ਬਹੁਤ ਵੱਡੀ ਗੱਲ ਹੈ ਤੇ ਇਹਦੇ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਰੱਬ ਰੱਖਾ ਜੇ ਅੱਗੇ ਮਿਲੇ ਤਾਂ ਤੁਹਾਨੂੰ ਹੋਰ ਵਧੀਆ ਤਿਆਰੀ ਨਾਲ ਅਸੀਂ ਸੁਣਾਂਗੇ। ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਦੇਖ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਪੇਸ਼ ਕੀਤੇ ਜਾ ਰਹੇ ਕਵਿਸ਼ਰੀ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ YouTube ਅਤੇ Facebook ਚੈਨਲ ਤੋਂ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੀਆਂ ਜਿਹੜੀਆਂ ਟੀਮਾਂ ਸੀ ਉਹਨਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਦੇ ਵਿੱਚ ਜਿਹਦਾ ਨਾਂ ਹੈ ਕਾਵਿ ਸਿੱਖੀ ਮੁਕਾਬਲਾ ਕਵਿਸ਼ਰੀ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਪਹਿਲਾ ਦੌਰ ਸਮਾਪਤ ਹੋ ਚੁੱਕਾ ਹੈ ਤੇ ਅਗਲੇ ਦੌਰ ਦੇ ਵਿੱਚ ਮੁਕਾਬਲੇ ਜਿਹੜੇ ਉਹ ਹੋਰ ਵੀ ਸਖਤ ਹੋ ਜਾਣੇ ਨੇ। ਸਾਡੀਆਂ ਟੀਮਾਂ ਨੇ ਜਿਹੜੀਆਂ ਉਹ ਜੱਜ ਸਾਹਿਬਾਨ ਵੱਲੋਂ ਚੁਣੀਆਂ ਜਾ ਚੁੱਕੀਆਂ ਹੋਣੀਆਂ। ਟੀਮਾਂ ਦੀ ਚੋਣ ਹੁਣ ਤੱਕ ਹੋ ਚੁੱਕੀ ਹੋਣੀ ਹੈ ਤੇ ਅਸੀਂ ਹੁਣ ਮਿਲਾਂਗੇ ਚੁਣੀਆਂ ਹੋਈਆਂ ਟੀਮਾਂ ਦੇ ਨਾਲ ਅਗਲੇ ਪੜਾਅ ਦੇ ਵਿੱਚ ਜੋ ਕਿ ਜਲਦੀ ਹੀ ਲੈ ਕੇ ਆਵਾਂਗੇ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖੀ